देखो पहला थोड़ा जिहा ਉਹਦੀ ਲਾਈਟ ਪ੍ਰੋਬਲਮ ਆ ਗਈ ਸੀ ਤੇ ਮੈਂ ਸਾਰੀ ਸਥਿਤੀ ਤੁਹਾਨੂੰ ਪਤਾ ਹੀ ਆ ਵੀ ਕੋਵਿਡ ਦੀ ਅੱਜ ਦੇਸ਼ 'ਚ ਕੀ ਆ ਤੇ ਲੁਧਿਆਣੇ ਦੇ ਬਾਰੇ ਮੈਂ ਜ਼ਰੂਰ ਤੁਹਾਡੇ ਮੂਹਰੇ ਇੱਕ ਦੋ ਗੱਲਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ। ਪਿਛਲੇ ਆਹੀ ਦਿਨਾਂ 'ਚ ਵੀ ਆਪਾਂ ਬੜਾ ਮਿਲ ਜੁਲ ਕੇ ਸਾਰਿਆਂ ਨੇ ਬਚਾਅ ਕੀਤਾ ਸੀ, ਪਰ ਜਿਹੜੀਆਂ 2-3 ਦਿਨ ਦੀਆਂ ਲੁਧਿਆਣੇ ਦੀਆਂ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸਾਂ ਜੋ ਮੋਨੀਟਰ ਕਰ ਰਹੇ ਸੀ ਅਸੀਂ, ਇਸ ਵੇਲੇ ਹਾਲਾਤ ਇਹ ਨੇ। ਪਹਿਲੀ ਮੈਂ ਹੁਣ ਵੀ ਆਪਣੇ ਸਿਵਲ ਹਸਪੀਟਲ ਤੋਂ ਆਇਆ, ਪਤਾ ਨਹੀਂ ਕਿਉਂ ਜ਼ਿੰਦਗੀ ਨਾਲੋਂ ਵੱਧ ਕੀ ਆ, ਜ਼ਿੰਦਗੀ ਤੋਂ ਉੱਤੇ ਕੁਛ ਨਹੀਂਗਾ। ਅੱਜ ਵੀ ਪਰ ਮੈਂ ਦੇਖਿਆ ਦੁਕਾਨਾਂ ਤੇ ਉਸੇ ਤਰੀਕੇ ਨਾਲ ਆਈਸਕ੍ਰੀਮ ਮਾਸਕ ਖੋਲ ਕੇ ਖਾ ਰਹੇ। ਗੁੱਸਾ ਕਰੋਗੇ ਤੁਸੀਂ ਮੇਰੀ ਇਸ ਗੱਲ ਦਾ, ਜ਼ਿੰਦਗੀ ਤੋਂ ਵੱਧ ਹੈ ਕੁਛ? ਉਸੇ ਤਰੀਕੇ ਨਾਲ ਜਿਹੜੇ ਲਾ ਕੇ ਮਾਰਕੀਟਾਂ 'ਚ ਜਿਹੜੇ ਆਪਾਂ ਜਾ ਰਹੇ ਹਾਂ, ਹੁਣ ਤਾਂ ਕੋਈ ਕਿਸੇ ਨੂੰ ਸਮਝਾਉਣ ਵਾਲੀ ਗੱਲ ਹੀ ਨਹੀਂ। ਮੈਂ ਮੰਨਦਾ ਬਾਹਰ ਗਰਮੀ ਆ, ਬੜਾ ਕੁਛ ਕਰਨਾ ਔਖਾ, ਜਿਹੜਾ ਮਿਹਨਤ ਕਮਾਉਣਾ ਜਿਹਨੇ ਪੈਸਾ ਉਹਨੂੰ ਪਤਾ ਹੈ, ਪਰ ਇੱਕ ਸਿੰਪਲ ਮਾਸਕ ਕੱਪੜੇ ਦਾ ਤਾਂ ਆਪਾਂ ਜ਼ਰੂਰ ਲਾ ਸਕਦੇ ਹਾਂ। ਮੈਂ ਜੋ ਹਾਲਾਤ ਅੱਜ ਹਸਪੀਟਲ 'ਚ ਦੇਖੇ, ਕਿਉਂਕਿ ਮੈਂ ਆਪ ਕੋਵਿਡ ਜਦੋਂ ਮੈਨੂੰ ਹੋਇਆ, ਸਾਰੇ ਪਰਿਵਾਰ ਨੂੰ ਹੋਇਆ, ਪਿਛਲੇ ਮਹੀਨੇ ਦੇ 25 ਤਰੀਕ ਨੂੰ ਹੋਇਆ ਸੀ। ਅੱਜ ਜਿਹੜੇ ਰਿਲੇਟਿਵ ਨੇ, ਰਿਸ਼ਤੇਦਾਰ ਨੇ, ਲੋਕ ਨੇ ਜਿਹੜੇ ਅੰਦਰ ਜਿਨ੍ਹਾਂ ਨੂੰ ਹੋਇਆ, ਅੱਜ ਮੈਂ ਤੁਹਾਨੂੰ ਲੁਧਿਆਣੇ ਦੀ ਸਥਿਤੀ ਦੱਸਦਾ। ਬਹੁਤ ਸਾਵਧਾਨ ਹੋਣ ਦੀ ਲੋੜ ਆ। ਸਾਡੇ ਸਾਰੇ ਕਾਉਂਸਲਰਸ, ਸਾਡੇ NGO, ਸਾਰੀਆਂ ਪਾਰਟੀਆਂ ਦੇ ਲੋਕ ਜ਼ਰੂਰ ਆਪਣੀ ਜ਼ਿੰਮੇਵਾਰੀ ਸਮਝ ਕੇ, ਐਡਮਿਨਿਸਟ੍ਰੇਸ਼ਨ ਤਾਂ ਲੱਗੀ ਹੋ ਗਈ ਹੈ, ਪਰ ਜਦੋਂ ਜੇ ਪੁਲਿਸ ਸਖਤੀ ਕਰਦੀ ਹੈ ਫਿਰ ਆਪਾਂ ਗੁੱਸਾ ਵੀ ਕਰਦੇ ਹਾਂ। ਇਸ ਕਰਕੇ ਉਹ ਵੀ ਲੋਕਡਾਊਨ ਜਾਂ ਕਰਫਿਊ, ਉਹ ਵੀ ਕੋਈ ਕੱਲਾ ਜਿਹੜਾ ਹੈ ਇਸ ਵੇਲੇ ਸਰਕਾਰ ਕਰਨਾ ਨਹੀਂ ਚਾਹੁੰਦੀ, ਪਰ ਜੇ ਇਸ ਤਰੀਕੇ ਨਾਲ ਕੰਮ ਚੱਲੀ ਜਾਊ। ਆਪਾਂ ਅੱਜ ਸਿਵਲ ਹਸਪੀਟਲ 'ਚ ਮੈਂ ਹੁਣੇ ਜਾ ਕੇ ਆਇਆ। ਇਸ ਵਾਰ ਗੱਲ ਕੀ ਆ ਵੀ ਅੱਗੇ ਉਦੋਂ ਪੇਸ਼ੈਂਟ L1 ਤੱਕ ਰਹਿੰਦੇ ਸੀ, ਹੁਣ ਜਿਹੜੇ ਵੀ ਪੇਸ਼ੈਂਟ ਆ ਰਹੇ ਸਿੱਧੇ L2 ਤੇ L3 ਦੇ ਆ ਰਹੇ ਲੈਵਲ ਦੇ। ਇਸ ਵੇਲੇ 83 ਪੇਸ਼ੈਂਟ ਨੇ ਜਿਹੜੇ ਉਹ ਸਿਵਲ ਹਸਪੀਟਲ 'ਚ ਨੇ। ਮੈਂ DMC 'ਚ ਗੱਲ ਕੀਤੀ ਸਾਰੀ, ਇਸ ਵੇਲੇ ਤਕਰੀਬਨ 220-25 ਪੇਸ਼ੈਂਟ ਆ ਜਿਹੜੇ ਟੋਟਲ ਬੈੱਡ ਨੇ ਜਿਹੜੇ ਫੁੱਲ ਨੇ। ਆਕਸੀਜਨ ਦੀ ਜਿਹੜੀ ਵਾਲੇ ਬੈੱਡ ਨੇ ਉਹ ਇੱਕ ਵੀ ਬੈੱਡ ਖਾਲੀ ਨਹੀਂ ਹੈ। ਇਸੇ ਤਰੀਕੇ ਨਾਲ ਮੈਂ CMC ਗੱਲ ਕੀਤੀ ਹੁਣੀ ਕਿ ਤੁਹਾਡੇ ਕੋਲ ਕੀ ਆ, ਉਹ ਕਹਿੰਦੇ ਜੀ ਸਾਨੂੰ ਪਤਾ ਸਾਡੇ ਐਮਰਜੈਂਸੀ 'ਚ ਕੀ ਹਾਲਤ। ਤਕਰੀਬਨ ਇਸ ਵੇਲੇ ਉਹ 160 ਤੇ 160-70 ਪੇਸ਼ੈਂਟ ਆ ਜਿਹੜੇ ਉਹ ਆਕਸੀਜਨ ਜਿਹਨਾਂ ਨੂੰ ਲੋੜ ਆ, ਤੇ ਆਕਸੀਜਨ ਵੀ ਥੋੜੀ ਆਕਸੀਜਨ ਨਹੀਂ, ਇੱਕਦਮ 5 ਲੀਟਰ ਦੀ ਜਗ੍ਹਾ 8 ਤੋਂ ਲੈ ਕੇ 15 ਲੀਟਰ ਤੱਕ ਆਕਸੀਜਨ ਆ ਜਿਹੜੀ ਉਹ ਇੱਕਦਮ ਲੋੜ ਪੈ ਰਹੀ ਹੈ। ਇਹ ਹਾਲਾਤ ਨੇ, ਬੈੱਡ ਹੈ ਨਹੀਂ, ਆਕਸੀਜਨ ਦੇ। ਹੁਣ ਤੁਸੀਂ ਕਹੋਗੇ ਇਹ ਐਡੀ ਵੱਡੀ ਮਹਾਮਾਰੀ ਆ, ਜਿਵੇਂ ਜਦੋਂ ਪਹਿਲੀ ਵਾਰ ਆਈ ਸੀ ਆਪਾਂ ਸੋਚਦੇ ਸੀ ਕਦੇ ਆ ਸੈਨੀਟਾਈਜ਼ਰ ਆਪਾਂ ਲਏ ਸੀ, ਕਦੇ ਮਾਸਕ ਲਏ ਸੀ, ਕਿਵੇਂ ਲੋੜ ਪਈ। ਇਹ ਜਿਹੜਾ ਇਸ ਵਾਰ ਆ ਰਿਹਾ ਇਹ ਆਕਸੀਜਨ ਦੀ ਲੋੜ ਪੈ ਰਹੀ ਹੈ। ਆਕਸੀਜਨ ਜਿਹੜੀ ਆ ਉਹ ਹਸਪੀਟਲਾਂ 'ਚ ਕਿਸੇ 'ਚ ਪਲਾਂਟ ਨਹੀਂ ਲੱਗੇ ਹੋਏ, ਕਿਉਂਕਿ ਇੰਨੀ ਸਾਰੇ ਹਸਪੀਟਲਾਂ ਮੈਂ ਗੱਲ, ਉਹ ਕਹਿੰਦੇ ਜੀ 3-3 ਦਿਨ ਟਰੱਕ ਆ ਜਾਂਦਾ ਸੀ CMC ਦੀ। ਜੇ ਮੈਂ DMC ਦੀ ਵੀ ਗੱਲ ਕਰਾਂ, ਇੱਕ ਟਰੱਕ ਆ ਕੇ ਉਹ ਜਦੋਂ ਇੱਥੇ ਆ ਕੇ ਫਿਲ ਕਰ ਦਿੰਦੇ ਸੀ। 3-4 ਦਿਨ ਜਿਹੜੀ ਆਕਸੀਜਨ ਚੱਲਦੀ ਸੀ, ਕਿੱਥੇ ਇੱਕ ਟਰੱਕ ਜਿਹੜਾ ਇੱਕ ਦਿਨ ਵੀ ਨਹੀਂ ਚੱਲ ਰਿਹਾ। ਤਕਰੀਬਨ ਆਪਣੇ ਜਿਹੜਾ ਲੁਧਿਆਣੇ ਆ ਉਹ ਬੱਦੀ ਤੋਂ ਜ਼ਿਆਦਾ ਬੜੇ ਹਸਪੀਟਲਾਂ 'ਚ ਆਉਂਦੀ, ਤੇ ਅੱਜ ਆਪਣੇ 40 ਹਸਪੀਟਲ ਨੇ ਜਿਹੜੇ ਇਸ ਵੇਲੇ ਜਿੱਥੇ ਕੇਟਰ ਜਿਹੜੇ ਮਰੀਜ਼ ਨੇ ਜ਼ਿਆਦਾ ਕਰੋਨਾ ਦੇ, ਉਹ 40 ਹਸਪੀਟਲ ਕੁੱਲ ਮਿਲਾ ਕੇ ਆਪਾਂ ਗੱਲ ਕਰਦੇ ਆ। ਉਹਦੇ ਵਿੱਚ ਅਪੋਲੋ ਵੀ ਆ, ਉਹਦੇ ਵਿੱਚ ਚਾਹੇ ਦੀਪ ਆ, ਉਹਦੇ ਵਿੱਚ ਚਾਹੇ ਆਪਣਾ ਓਸਵਾਲ, ਇਹ ਤਾਂ ਚਲੋ ਹੈ ਹੀ ਹੈ, ਚਾਹੇ ਪੰਜਸ਼ੀਲ, ਹੋਰ ਮਤਲਬ ਜਿਨ੍ਹਾਂ ਨੇ ਪੂਰੀ ਢਿੱਲ ਦਾ ਜ਼ੋਰ ਲਾਇਆ ਹੋਇਆ, ਤੇ ਹਰ ਨੂੰ ਕਹਿ ਰਹੇ ਆ ਵੀ ਭਾਈ ਹੋਰ 20 ਤੋਂ 25 ਬੈੱਡ ਵਧਾਓ, ਹੋਰ 20 ਤੋਂ 25 ਬੈੱਡ ਵਧਾਓ। ਮੈਂ ਦੇਖ ਰਿਹਾ ਸੀ ਵੀ ਤਕਰੀਬਨ ਗੱਲ ਇਸ ਵੇਲੇ ਕੀ ਹੋ ਰਹੀ ਆ। ਆਪਾਂ ਤਕਰੀਬਨ ਸਾਰਾ ਮਿਲਾ ਕੇ ਲੁਧਿਆਣੇ ਸ਼ਹਿਰ 'ਚ
ਜਾਂ ਇੱਥੇ 1050 ਤੱਕ ਪੇਸ਼ੈਂਟ ਨੇ ਜਿਹੜੇ ਇਸ ਵੇਲੇ ਲੁਧਿਆਣੇ 'ਚ ਕੋਵਿਡ ਪੇਸ਼ੈਂਟ ਨੇ। ਉਹਦੇ ਵਿੱਚੋਂ 650 ਪੇਸ਼ੈਂਟ ਆ ਜਿਹੜਾ ਉਹ ਆਪਣਾ ਲੁਧਿਆਣੇ ਦਾ, ਤੇ ਬਾਕੀ ਜਿਹੜਾ 400 ਕੁਝ ਪੇਸ਼ੈਂਟ ਆ ਉਹ ਜਿਹੜਾ ਹੈ ਜਾਂ ਉਹ ਬਾਹਰਲੇ ਡਿਸਟ੍ਰਿਕਟ ਦਾ ਹੈ ਲੁਧਿਆਣੇ ਤੋਂ, ਉਹਨਾਂ ਨੂੰ ਵੀ, ਕਿਉਂਕਿ ਲੁਧਿਆਣਾ ਵੱਡਾ ਜ਼ਿਲ੍ਹਾ ਹੈ। ਤੇ ਹੋਰ ਵੱਡੀ ਗੱਲ ਕੀ ਹੋ ਗਈ ਵੀ ਜਦੋਂ ਦਿੱਲੀ ਇਹ ਪ੍ਰੋਬਲਮ ਆ ਗਈ, ਗੁੜਗਾਉਂ ਦੇ ਵਿੱਚ ਇਹ ਪ੍ਰੋਬਲਮ ਆ ਗਈ, ਪੰਚਕੂਲਾ 'ਚ ਆ ਗਈ, ਹਰਿਆਣੇ 'ਚ, ਲੋਕ ਜਦੋਂ ਉੱਥੇ ਦੇਖਦੇ ਆ ਵੀ ਅੱਜ ਅਸੀਂ ਢਿੱਲੇ ਆ, ਸਾਨੂੰ 2-4 ਦਿਨਾਂ ਬਾਅਦ ਆਕਸੀਜਨ ਦੀ ਲੋੜ ਪੈਣੀ ਹੈ, ਵੀ ਦਿੱਲੀ ਤਾਂ ਹਸਪੀਟਲ ਨਹੀਂ, ਉੱਥੋਂ ਕਿਉਂਕਿ ਰਿਸ਼ਤੇਦਾਰ ਉਰੇ ਰਹਿੰਦੇ ਆ, ਆਪਾਂ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਵੱਡੇ ਏਮਸ ਹਸਪੀਟਲਾਂ 'ਚ ਆਪਣੇ ਲੋਕ ਜਦੋਂ ਸੀਰੀਅਸ ਜਾਂਦੇ, ਏਮਸ ਜਾਂਦੇ ਆ, ਗੰਗਾ ਰਾਮ ਜਾਂਦੇ ਆ, ਵਿਧਾਂਤਾ ਜਾਂਦੇ ਆ, ਤੇ ਇਸ ਕਰਕੇ ਉਹ ਉੱਥੋਂ ਚੱਲ ਪੈਂਦੇ ਆ। ਤੇ ਅੱਜ ਉਹਨਾਂ ਦੀ 40% ਮੈਂ ਇਹ ਗੱਲ ਕਹਿਣਾ ਵੀ ਲੁਧਿਆਣੇ 'ਚ ਜਿਹੜੇ ਪੇਸ਼ੈਂਟ ਨੇ ਉਹ ਸਾਡੇ ਲੁਧਿਆਣੇ ਤੋਂ ਬਾਹਰ ਲੈ ਤੇ 60% ਸਾਡੇ ਲੁਧਿਆਣੇ ਦੇ ਆ। ਤੇ ਮੈਂ 40 ਹਸਪੀਟਲਾਂ 'ਚ ਤੁਹਾਨੂੰ ਗੱਲ ਦੱਸੀ ਆ ਵੀ ਕਿਤੇ ਵੀ ਅੱਜ ਬੈੱਡ ਤਾਂ ਲਾ ਦਾਂਗੇ, ਬੈੱਡ ਦੀ ਕੋਈ ਪ੍ਰੋਬਲਮ ਨਹੀਂ, ਬੈੱਡ ਆਪਾਂ ਪਿਛਲੀ ਵਾਰ ਬਹੁਤ ਵਧਾ ਲਏ ਸੀ, ਉਹ ਹੈਗੀ ਆ, ਪਰ ਆਕਸੀਜਨ ਕਿੱਥੋਂ ਲਿਆਵਾਂਗੇ? ਇੰਨੀ ਆਕਸੀਜਨ ਹੀ ਹੈ ਨਹੀਂ, ਬਣਦੀ ਉਹ ਹੈ ਨਹੀਂ। ਆਪਣੇ ਤਾਂ ਸ਼ੁਕਰ ਕਰਾਓ 2 ਪਲਾਂਟ ਜਿਹੜੇ ਆ ਉਹ, ਕੱਲ ਮੈਂ DC ਸਾਹਿਬ ਕੋਲ ਬੈਠਾ ਸੀ, ਕਿਸ ਤਰੀਕੇ ਨਾਲ ਆਪਣੇ ਲੁਧਿਆਣੇ ਤੇ ਜ਼ੋਰ ਸੀ ਵੀ ਜਿਹੜੀ ਆਕਸੀਜਨ ਆ, ਕਿਉਂਕਿ ਜਦੋਂ ਅੰਮ੍ਰਿਤਸਰ 'ਚ ਹਾਦਸਾ ਹੋ ਗਿਆ, ਛੋਟੇ ਜ਼ਿਲ੍ਹੇ ਆ, ਨਵਾਂ ਸ਼ਹਿਰ, ਸਾਰੇ ਵੀ ਉੱਥੇ ਸਿਲੰਡਰ ਭੇਜੋ, ਕਿਉਂਕਿ ਉੱਥੇ ਬਿਲਕੁਲ ਮੁੱਕ ਰਹੇ ਸੀ, ਪਰ ਸਖਤੀ ਨਾਲ ਇਹ ਫੈਸਲਾ ਕੀਤਾ ਵੀ ਨਹੀਂ ਜੀ ਅਸੀਂ ਇੱਕ ਸਿਲੰਡਰ ਵੀ ਲੁਧਿਆਣੇ ਤੋਂ ਬਾਹਰ ਨਹੀਂ ਦੇ ਸਕਦੇ। ਦੇਖੋ ਕੀ ਹਾਲਾਤ ਹੋਏ ਆ, ਡਿਸਟ੍ਰਿਕਟ ਵਾਲੇ ਨਾਲ ਲੜਾਈ ਹੋ ਰਹੀ ਆ, ਸਟੇਟ ਨਾਲ ਤਾਂ ਹੋਣੀ ਆ, ਪਰ ਇਹ ਇਨਸਾਨੀਅਤ ਦੀ ਗੱਲ ਆ, ਤੁਸੀਂ ਕਿਵੇਂ ਕਿਸੇ ਨੂੰ ਮਨਾ ਕਰ ਸਕਦੇ ਹੋ ਵੀ ਭਾਈ ਸਾਡੀ ਸਟੇਟ 'ਚ ਨਹੀਂ ਆਉਣਾ, ਅਸੀਂ ਤਾਂ ਆਪਣੀ ਸਟੇਟ ਵਾਲੇ ਦੇ, ਆਪਣੇ ਜ਼ਿਲ੍ਹੇ ਵਾਲੇ ਦੇ ਇਲਾਜ ਕਰਾਂਗੇ? ਇਹ ਥੋੜੀ ਹੋ ਸਕਦਾ ਹੈ। ਤੇ ਕੱਲ ਨੂੰ ਆਪਾਂ ਵੀ ਸਾਰੇ ਬੜੇ ਹਸਪੀਟਲਾਂ 'ਚ ਆਪਣੇ ਲੋਕਾਂ ਨੇ ਇਲਾਜ ਕਰਾਉਣ ਜਾਣਾ। ਹੁਣ ਦੇਖੋ ਸਮਝਣ ਦੀ ਕੀ ਗੱਲ ਆ ਵੀ ਤਕਰੀਬਨ ਆਪਾਂ ਨੂੰ ਇਸ ਵੇਲੇ 250 ਮੀਟ੍ਰਿਕ ਟਨ 250 ਮੀਟ੍ਰਿਕ ਟਨ ਸਾਰੇ ਪੰਜਾਬ ਨੂੰ ਇਸ ਵੇਲੇ ਆਕਸੀਜਨ ਦੀ ਲੋੜ ਆ, ਤੇ ਉਹਦੇ ਵਿੱਚੋਂ 104 ਮੀਟ੍ਰਿਕ ਟਨ 250 ਮੀਟ੍ਰਿਕ ਟਨ ਦੀ ਲੋੜ ਆ, 104 ਮੀਟ੍ਰਿਕ ਟਨ ਆ ਜਿਹੜੀ ਆਕਸੀਜਨ ਆ ਆਪਾਂ ਨੂੰ ਸੈਂਟਰਲ ਗਵਰਨਮੈਂਟ ਦੇ ਰਹੀ ਹੈ। ਉਹਦੇ ਵਿੱਚੋਂ 65 ਮੀਟ੍ਰਿਕ ਟਨ ਆਪਾਂ ਜਿਵੇਂ ਲੁਧਿਆਣੇ 'ਚ ਹੋਏ ਜਾਂ ਹੋਰ ਕਿਤੇ ਵੱਖ-ਵੱਖ ਕਿਸੇ ਹਸਪੀਟਲ 'ਚ ਵੀ ਹੈਗੇ ਆ, ਤੇ 65 ਮੀਟ੍ਰਿਕ ਟਨ ਆ ਜਿਹੜੀ ਉਹ ਪੰਜਾਬ ਆਪ ਆਪਣੀ ਤਿਆਰ ਕਰ ਰਹੇ ਆ। ਤੇ ਹਜੇ ਵੀ ਰੋਜ਼ ਦੀ 60 ਤੋਂ 70 ਮੀਟ੍ਰਿਕ ਟਨ ਇਸ ਵੇਲੇ ਵੀ ਕਮੀ ਆ, ਜਿਹੜੀ ਕਿ ਸਟੇਟ ਗਵਰਨਮੈਂਟ ਕਦੇ ਰਾਜਸਥਾਨ ਤੋਂ, ਕਦੇ ਕਿਤੋਂ 에ਅਰਲਿਫਟ ਕਰਵਾ ਕੇ ਮੰਗਾ ਰਹੀ ਹੈ। ਤੇ ਇਹ ਆਉਣ ਵਾਲੇ ਹਫਤੇ 'ਚ, ਅਗਲੇ 'ਚ ਇਹ 300 ਮੀਟ੍ਰਿਕ ਟਨ ਤੱਕ ਆਪਾਂ ਨੂੰ ਆਪਣੀ ਜ਼ਰੂਰਤ ਪਹੁੰਚ ਜਾਣੀ ਹੈ, ਜੋ ਹਾਲਾਤ ਨੇ। ਤੇ ਜਦੋਂ 300 ਮੀਟ੍ਰਿਕ ਟਨ ਦੀ ਲੋੜ ਪਏਗੀ ਤਾਂ ਫਿਰ ਸੈਂਟਰ ਸਰਕਾਰ, ਜਿਹੜਾ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਹਿ ਰਹੇ ਆ, ਹੈਲਥ ਮਿਨਿਸਟਰ ਕਹਿ ਰਹੇ ਆ ਬਾਰ-ਬਾਰ, ਸੈਂਟਰ ਗਵਰਨਮੈਂਟ ਨੂੰ ਅਸੀਂ ਵੀ ਰਾਬਤੇ 'ਚ ਵੀ ਸਾਡੇ ਆਕਸੀਜਨ ਜ਼ਿਆਦਾ ਭੇਜੋ। ਚਲੋ ਉਹ ਇੱਕ ਗੱਲ ਸਰਕਾਰਾਂ ਤੱਕ ਆ, ਪਰ ਆਪਾਂ ਕੀ ਕਰ ਸਕਦੇ ਹਾਂ? ਆਪਾਂ ਕਿਵੇਂ ਬਚ ਸਕਦੇ ਹਾਂ? ਗੱਲ ਇਹ ਹੈ, ਇਸ ਵਾਰ ਸਾਰੇ ਡਾਕਟਰਸ ਨਾਲ ਗੱਲ ਹੋ ਕੇ ਉਹ ਕਹਿੰਦੇ ਜੀ ਅੱਗੇ ਕੀ ਹੁੰਦਾ ਸੀ ਵੀ ਪੇਸ਼ੈਂਟ ਆਉਂਦਾ ਸੀ, ਪਹਿਲੀ ਗੱਲ ਤਾਂ ਜਦੋਂ ਉਹ ਅੱਗੇ ਜਿਹੜਾ ਕੈਰੀਅਰ ਦਾ ਕੰਮ ਕਰਦਾ ਸੀ ਉਹ 4 ਤੋਂ 5 ਬੰਦਿਆਂ ਨੂੰ, ਜੋ ਡਾਟੇ ਕੱਢੇ ਨੇ, 4 ਤੋਂ 5 ਬੰਦਿਆਂ ਨੂੰ ਅੱਗੇ ਉਹ ਫਲਾਉਂਦਾ ਸੀ। ਇਹ ਪਹਿਲੀ ਗੱਲ ਆ, ਜਿਹੜਾ ਇਹ ਬਹੁਤ ਵੱਡੀ ਗਿਣਤੀ 'ਚ ਸਾਰੇ ਘਰਦਿਆਂ ਨੂੰ ਆਲੇ ਦਾਲੇ ਬਹੁਤ ਤੇਜ਼ੀ ਨਾਲ ਸਾਰਿਆਂ ਨੂੰ ਨਾਲ ਆਪਣੇ ਜਕੜਦਾ ਹੈ। ਤੇ ਜਦੋਂ ਹੋ ਜਾਂਦਾ ਇੱਕਦਮ ਉਹਨੂੰ ਆਕਸੀਜਨ ਦੀ ਲੋੜ ਪੈਂਦੀ ਆ, ਬਿਲਕੁਲ L2 ਤੇ L3 ਦਾ ਪੇਸ਼ੈਂਟ ਉਹ ਸਿੱਧਾ ਹੁੰਦਾ ਹੈ, ਕੋਈ ਆਕਸੀਜਨ ਤੋਂ ਬਗੈਰ। ਜਿਹੜਾ ਹੈ ਯੰਗ ਏਜ, ਜਿਹੜੀ ਸਭ ਤੋਂ ਵੱਡੀ ਗੱਲ ਹੈ ਇਸ ਵਾਰ, ਛੋਟੀ ਏਜ 18 ਤੋਂ 25 ਸਾਲ ਦੇ, ਉਹਨਾਂ ਨੂੰ, ਯੰਗ ਬੱਚਿਆਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ, ਸਿੱਧਾ ਜਾ ਕੇ ਚੈਸਟ 'ਚ ਜਿਹੜਾ ਅਸਰ ਕਰਦਾ ਹੈ। ਅੱਗੇ ਕਹਿੰਦੇ ਸੀ ਵੀ ਨੱਕ 'ਚ ਜਾਂ ਗਲੇ 'ਚ ਰਹਿੰਦਾ, ਨਹੀਂ, ਇਹ ਸਿੱਧਾ ਜਾ ਕੇ। ਤੇ ਇਸ ਤਰੀਕੇ ਦੀਆਂ ਮੈਂ ਸਮਝਦਾ ਪ੍ਰੋਬਲਮਸ ਆਉਂਦੀਆਂ ਹੈ, ਜਿਹੜਾ ਬੰਦੇ ਇੰਨੀ ਵੀਕਨੈਸ ਆਉਂਦੀ ਹੈ। ਤੇ ਮੈਂ ਵਾਰ-ਵਾਰ ਇਹ ਕਹਿਣਾ ਵੀ ਐਡੀ ਤਕਲੀਫ 'ਚ ਮੈਂ ਕਹਿਣਾ ਜ਼ਰੂਰ ਹੀ ਜਿਹੜਾ ਬਹੁਤ ਜ਼ਰੂਰੀ ਕੰਮ ਬਾਹਰ ਨਿਕਲੋ, ਬਹੁਤ ਕੋਸ਼ਿਸ਼ ਕਰੋ ਵੀ ਅੰਦਰ ਰਹਿ ਕੇ ਸਰਦਾ। ਮੈਨੂੰ ਇਹ ਵੀ ਪਤਾ ਵੀ ਜਿਹਨੇ ਰੋਜ਼ ਦੀ ਰੋਜੀ ਰੋਟੀ ਕਮਾਉਣੀ ਆ, ਜਿਹਨੇ ਰੋਜ਼ ਆਪਣੇ ਘਰਦਿਆਂ ਨੂੰ ਖਿਲਾਉਣਾ, ਉਹਨੂੰ ਔਖਾ ਹੈ, ਪਰ ਇਹ ਕੋਸ਼ਿਸ਼ ਹੈ ਜਿਹੜੀ ਉਹ ਆਪਾਂ ਨੂੰ ਆਉਣ ਵਾਲੇ
ਕਿਉਂਕਿ ਹਜੇ ਪੀਕ ਟੱਚ ਕਰਨਾ ਹੈ, ਸ਼ਾਇਦ ਅਗਲੇ ਮਹੀਨੇ ਆ ਜਿਹੜਾ ਹੁਣ ਚੱਲ ਰਿਹਾ ਅੱਗੇ ਆਏਗਾ ਉਸ ਮਹੀਨੇ ਤੱਕ ਇਹ ਪੀਕ ਟੱਚ ਕਰੇ। ਤੇ ਅੱਜ ਹਾਲਾਤ ਦੇਖੋ ਬਾਹਰ ਕੀ ਨੇ, ਬਾਹਰਲੀਆਂ ਸਟੇਟਾਂ 'ਚ ਹਾਲਾਤ ਦੇਖੋ ਕੀ ਨੇ, ਵੀ ਇਸ ਕਰਕੇ ਉੱਥੋਂ ਪੇਸ਼ੈਂਟ ਨੇ ਜਿਹੜੇ ਬਹੁਤ ਜ਼ਿਆਦਾ ਆਪਣੇ ਸਟੇਟ 'ਚ ਆਪਣੀਆਂ ਸਟੇਟਾਂ 'ਚ ਆ ਰਹੇ ਆ, ਚਾਹੇ 5 ਕਿਲੋ 'ਚ ਆਪਣੇ ਰਿਸ਼ਤੇਦਾਰ ਨੇ ਸਾਰੇ, ਉਹਨਾਂ ਨੂੰ ਉਹ ਆ ਜਾਂਦੇ ਆ, ਚਲੋ। ਪਰ ਆਪਾਂ ਇੱਕ ਸਭ ਤੋਂ ਸੌਖਾ ਕੰਮ ਜਿਹੜਾ ਕੱਪੜੇ ਦਾ ਮਾਸਕ ਆ ਜਿਹੜਾ ਉਹ ਜ਼ਰੂਰ ਪਾਓ। ਤੇ ਮੈਂ ਸਮਝਦਾ ਜਿਹੜੇ ਸਾਰੇ ਦੁਕਾਨਾਂ ਵਾਲੇ ਨੇ, ਦੁਕਾਨਦਾਰ ਨੇ, ਉਹ ਵੀ ਜ਼ਰੂਰ ਆਪਣੇ ਆਪਣੇ ਮਾਸਕ ਰੱਖੋ। ਜਿਹੜਾ ਵੀ ਤੁਹਾਡੇ ਕੋਲ ਆਉਂਦਾ ਏ ਤੁਸੀਂ ਉਹਨਾਂ ਚਿਰ ਉਹਨਾਂ ਨਾਲ ਗੱਲ ਨਾ ਕਰੋ ਜਿੰਨਾ ਚਿਰ ਉਹਦੇ ਮਾਸਕ ਨਹੀਂ ਤੁਸੀਂ ਉਹਨੂੰ ਦਿੰਦੇ। ਇਹ ਛੋਟੀਆਂ ਗੱਲਾਂ, ਇੱਕ ਬੰਦੇ ਦਾ ਜਦੋਂ ਸਰਕਾਰੀ ਤੋਂ ਜੇ ਪ੍ਰਾਈਵੇਟ ਇਲਾਜ ਕਰਦਾ ਲੱਖਾਂ ਰੁਪਈਆ ਲੱਗਦਾ, ਕਿੱਥੋਂ ਇੰਨਾ ਆਮ ਆਦਮੀ ਪੈਸਾ ਕਰ ਸਕਦਾ। ਫਿਰ ਹੋਰ ਵੱਡੀ ਗੱਲ ਆ, ਇਸ ਵਾਰ ਅੱਗੇ ਤਾਂ ਦਵਾਈਆਂ ਨਾਲ, ਹੁਣ ਦਵਾਈਆਂ ਇੰਜੈਕਸ਼ਨ ਨੇ ਜਿਹੜੇ ਇਹਨਾਂ ਦੇ ਵੱਖ-ਵੱਖ ਕਿਸਮ ਦੇ, ਉਹ ਨਹੀਂ ਮਿਲ ਰਹੇ ਕਿਤੇ, ਉਹ ਵੱਡੀ ਕਮੀ। ਕਿਉਂਕਿ ਨਵਾਂ ਹੈ, ਵੇਰੀਐਂਟ ਨਵਾਂ ਹੈ, ਬਹੁਤ ਚੀਜ਼ਾਂ ਹੈ ਜਿਹੜੀਆਂ ਉਹ ਇਹਦੇ ਨਾਲ ਆਉਂਦੀਆਂ, ਕੋਈ ਇਹੋ ਜਿਹੀ ਇਹ ਵੀ ਨਹੀਂ ਵੀ ਤਿਆਰੀ ਕੀਤੀ ਜਾ ਸਕਦੀ। ਇਹ ਐਸਾ ਨਵਾਂ ਜਿਹੜਾ ਇੱਕ ਨਵਾਂ ਬਦਲ ਕੇ ਆਉਂਦਾ ਰੂਪ ਸਮਝ ਲਓ ਵੀ ਜਿਹਦੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਕੋਈ ਤਿਆਰੀ ਹੋ ਨਹੀਂ। ਪਰ ਇੱਕ ਇਹ ਕੰਮ ਤਾਂ ਆਪਾਂ ਕਰ ਸਕਦੇ ਹਾਂ। ਅੱਜ ਆਪਣੇ ਦੇਖੋ ਕਿੱਡੀ ਵੱਡੀ ਗਿਣਤੀ 'ਚ 4 ਲੱਖ ਤੱਕ ਪਹੁੰਚਣ ਲੱਗਿਆ ਹੈ। ਹਜੇ ਵੀ ਪਈ ਹੈ ਨਹੀਂ ਜੀ, ਕਰੋਨਾ ਤਾਂ ਕੋਈ ਹੈ ਹੀ ਨਹੀਂ, ਇਹ ਤਾਂ ਹੁੰਦਾ ਹੀ ਨਹੀਂ ਜੀ, ਇਹ ਤਾਂ ਐਵੇਂ ਹੀ ਮਾਰੀ ਜਾਂਦੇ ਆ ਜੀ, ਇਹ ਤਾਂ ਸਰਕਾਰ ਬਹਾਨੇ ਬਣਾਉਂਦੀ, ਇਹ ਤਾਂ ਜੀ ਲੁੱਟਣ ਦਾ ਕੰਮ ਆ ਜੀ। ਕਿਵੇਂ ਨਹੀਂ ਕਰੋਨਾ ਹੁੰਦਾ? ਜਿਹਨੂੰ ਹੁੰਦਾ ਉਹਨੂੰ ਪੁੱਛ ਕੇ ਦੇਖੋ ਵੀ ਕੀ ਭਾਰੀ ਤਕਲੀਫ ਆ। ਇਹ ਜਿਹੜੀਆਂ ਇੰਨੀਆਂ ਡੈਥਸ ਹੋ ਰਹੀਆਂ, ਜਿਹੜਾ ਭਰੇ ਪਏ ਨੇ, ਜਿਹੜੇ ਆਪਣੇ ਸ਼ਮਸ਼ਾਨ ਘਾਟ ਭਰੇ ਪਏ ਨੇ, ਕਬਰਿਸਤਾਨ ਭਰੇ ਪਏ ਨੇ, ਉਹ ਕਿੱਥੋਂ ਆ ਰਹੇ ਆ ਜੀ? ਹਸਪੀਟਲ ਡਾਕਟਰ ਨੂੰ ਕੋਈ, ਜੇ ਤੁਹਾਨੂੰ ਕੋਈ ਜਾਣਦਾ ਆਪਣਾ ਡਾਕਟਰ, ਉਹਦੇ ਨਾਲ ਗੱਲ ਕਰਕੇ ਦੇਖੋ ਵੀ ਹੈ ਜਾਂ ਨਹੀਂ ਹੈ। ਆਪਣਾ ਰਿਸ਼ਤੇਦਾਰ ਨਾਲ ਗੱਲ ਕਰੋ, ਜਿਹੜਾ ਘਰ 'ਚ ਕੋਈ ਕਿਸੇ ਦੇ ਨਰਸ ਹੋਏਗੀ, ਪੈਰਾ ਮੈਡੀਕਲ ਸਟਾਫ 'ਚ ਕੋਈ ਵੀ ਹੋਏਗਾ ਤੁਹਾਡੇ ਰਿਸ਼ਤੇ, ਉਹਨੂੰ ਪੁੱਛੋ ਵੀ ਹੈ ਜਾਂ ਨਹੀਂ। ਸਰਕਾਰ ਦੀ ਨਾ ਮੰਨੋ। ਪਰ ਮੇਰੀ ਬੇਨਤੀ ਆ ਮੈਂ ਸਥਿਤੀ ਤੁਹਾਡੇ ਮੂਹਰੇ ਸਾਰੀ ਲੁਧਿਆਣੇ ਦੀ ਰੱਖੀ ਆ। ਬਹੁਤ ਬਚਾਅ ਕਰਨ ਦੀ ਲੋੜ ਆ। ਨਹੀਂ ਆਉਣ ਵਾਲੇ ਦਿਨਾਂ 'ਚ ਬੈੱਡ ਮਿਲ ਜਾਣਗੇ, ਬੈੱਡ ਤੋਂ ਬਾਅਦ ਆਕਸੀਜਨ ਹੈ ਨਹੀਂ। ਤੁਹਾਡੇ ਮੂਹਰੇ ਆ, ਕੋਈ ਝੂਠ ਗੱਲ ਥੋੜੀ ਆ ਇਹ। ਆਕਸੀਜਨ ਦੀ ਐਡੀ ਵੱਡੀ ਘਾਟ ਆ ਤੇ ਪਹਿਲੇ ਗੇਟ 'ਚ ਆਕਸੀਜਨ ਦੀ ਲੋੜ ਪੈਂਦੀ ਆ। ਇਸ ਕਰਕੇ ਆਪਣੇ ਆਪ ਦੀ ਜ਼ਿੰਮੇਵਾਰੀ ਸਾਂਭਣੀ ਪੈਣੀ ਆ। ਮੁਸ਼ਕਿਲ ਘੜੀ ਆ, ਔਖੀ ਘੜੀ ਆ। ਜੇ ਕੋਈ ਇਹ ਗੱਲ ਮੈਂ ਕਹੇ ਕਿ ਲੁਕੋ ਕੇ ਬੈਠੇ ਰਹੀਏ, ਨਹੀਂ ਜੀ, ਸਰਕਾਰਾਂ ਬਹੁਤ ਵਧੀਆ ਪ੍ਰਬੰਧ ਕਰ ਸਕਦੀਆਂ। ਇਹਦੇ ਵਿੱਚ ਸਰਕਾਰਾਂ ਆਪਣਾ ਪੂਰਾ ਕੋਸ਼ਿਸ਼ ਕਰ ਰਹੀਆਂ, ਪਰ ਇਹ ਜਿਹੜੀ ਮਹਾਮਾਰੀ ਜਿਹਨੂੰ ਕਹਿੰਦੇ ਆ, ਉਹ ਸਭ ਤੋਂ ਬਾਹਰ ਹੁੰਦੀ ਆ। ਗੱਲਾਂ ਆਪਣੀ ਵੀ ਜ਼ਿੰਮੇਵਾਰੀ ਬਣਦੀ ਆ। ਜਦੋਂ ਮੈਂ ਪੁਲਿਸ ਆਫੀਸਰ ਨਾਲ ਗੱਲ ਕਰ ਰਿਹਾ ਸੀ ਕਿਸੇ ਨਾਲ ਵੀ ਤੁਸੀਂ ਕਿਉਂ ਸਖਤੀ ਨਹੀਂ ਕਰਦੇ ਜੀ, ਉਹ ਕਹਿੰਦੇ ਜੀ ਅਸੀਂ ਕੀ ਸਖਤੀ ਕਰੀਏ, ਦੱਸੋ ਤਾਂ ਸਹੀ। ਜਦੀ ਲੋਕ ਅੱਗਿਓਂ ਜੇ ਅਸੀਂ ਕਿਸੇ ਨੂੰ ਕੁਝ ਕਹਿੰਦੇ ਹੋ, ਕੋਈ ਵੀਡੀਓ ਬਣਾ ਕੇ ਜਦੀ ਭੇਜ ਦਿੰਦਾ, ਅੱਗਿਓਂ ਜਵਾਬ ਦਿੰਦੇ ਨੇ, ਕੋਈ ਮੰਨਦਾ ਨਹੀਂ। ਅਸੀਂ ਕਿੰਨਾ ਕਰੀ ਜਾਈਏ, ਅਸੀਂ ਵੀ ਥੱਕੇ ਪਏ ਹਾਂ ਸੁਣ। ਅਸੀਂ ਕਿੰਨਾ ਕਿਸੇ ਨੂੰ ਕਹਿ ਦਈਏ। ਬੇਨਤੀ ਕਰਦੇ ਹਾਂ, ਰਿਕੁਐਸਟ ਕਰ ਸਕਦੇ ਹਾਂ, ਹੱਥ ਜੋੜ ਸਕਦੇ ਹਾਂ। ਡਾਕਟਰ ਨੇ ਜਿਹੜੇ, ਉਹ ਮੈਂ ਅੱਜ ਕਈਆਂ ਦਾ ਜਵਾਬ ਇਹ ਆਇਆ ਜੀ ਵੀ ਤੁਸੀਂ ਸਾਨੂੰ ਤਾਂ ਕਹੀ ਜਾਂਦੇ ਹੋ ਮਿਹਨਤ ਕਰੋ, ਅਸੀਂ ਤਾਂ ਆਪਣੀ ਜ਼ਿੰਦਗੀ ਜੋਖਮ 'ਚ ਪਾਉਂਦੇ ਆ, ਸਾਡਾ ਪ੍ਰੋਫੈਸ਼ਨ। ਪਰ ਲੋਕਾਂ ਨੂੰ ਵੀ ਤਾਂ ਸਮਝਾਓ, ਲੋਕਾਂ ਨੂੰ ਵੀ ਤਾਂ ਇਹ ਗੱਲ ਕਹੋ ਵੀ ਉਹ ਕਿਸ ਤਰੀਕੇ ਨਾਲ ਬਚਣ। ਅਸੀਂ ਤਾਂ 24 ਘੰਟੇ ਡਿਊਟੀ ਕਰ ਰਹੇ ਹਾਂ। ਇਸ ਕਰਕੇ ਇਹ ਹਾਲਾਤ ਨੇ ਮੈਂ ਤੁਹਾਡੇ ਮੂਹਰੇ ਜਿਹੜੇ ਰੱਖੇ ਆ ਵੀ ਇਸ ਵੇਲੇ ਡਾਕਟਰ ਨੇ ਜਿਹੜੇ, ਉਹਨਾਂ ਦੇ ਵੀ ਹੱਥ ਖੜੇ ਆ, ਉਹ ਵੀ ਬੇਨਤੀਆਂ ਕਰ ਰਹੇ ਆ। ਐਡਮਿਨਿਸਟ੍ਰੇਸ਼ਨ ਉਹ ਵੀ ਬੇਨਤੀਆਂ ਕਰ ਰਿਹਾ ਹੈ ਵੀ ਇਦੋਂ ਵੱਧ ਕੋਈ ਵੀ ਸਟੇਟ ਜਾਂ ਜਿਹੜੀ ਡਿਸਟ੍ਰਿਕਟ ਆ ਉਹ ਤੇ ਕਾਬੂ 'ਚ ਹਾਲਾਤ ਨਹੀਂ ਰਹਿਣੇ। ਹਜੇ ਬਹੁਤ ਕੰਟਰੋਲ ਆ ਫਿਰ ਵੀ, ਪਰ ਇਦੋਂ ਬਾਅਦ ਜੇ ਆਪਾਂ ਨਹੀਂ ਹਟਾਂਗੇ, ਨਹੀਂ ਮਾਸਕ ਪਾਵਾਂਗੇ, ਨਹੀਂ ਸੈਨੀਟਾਈਜ਼ਰ ਯੂਜ਼ ਕਰਾਂਗੇ, ਨਹੀਂ 2 ਗਜ ਦੀ ਦੂਰੀ ਰੱਖਾਂਗੇ, ਤੇ ਫਿਰ ਹਸਪੀਟਲਾਂ 'ਚ ਤੜਫਣ ਨਾਲੋਂ ਇਹ ਗੱਲਾਂ ਮੰਨਣੀਆਂ ਚੰਗੀਆਂ ਕਿ ਹਸਪੀਟਲ 'ਚ ਔਖੇ ਹੋਣਾ। ਖਾਸ ਤੌਰ ਤੇ ਮੈਂ ਸ਼ਹਿਰਾਂ 'ਚ ਕਹਿ ਰਿਹਾ, ਪਿੰਡਾਂ 'ਚ ਫਰਕ ਤਾਂ ਹੈ, ਪਿੰਡਾਂ 'ਚ ਖੁੱਲੀਆਂ ਜਗ੍ਹਾ ਹੈ, ਵਾਤਾਵਰਨ ਦਾ ਫਰਕ ਆ, ਘਰਾਂ ਦਾ ਫਰਕ ਆ। ਉਹ ਇਸ ਕਰਕੇ ਕਹਿ ਸਕਦੇ ਆ ਵੀ ਨਹੀਂ ਸਾਨੂੰ ਤਾਂ ਜੀ ਉੱਥੇ ਜਿਹੜਾ ਅਸੀਂ ਧਰਨੇ ਤੇ ਬੈਠੇ ਆ ਸਾਨੂੰ ਤਾਂ ਉੱਥੇ ਹੁੰਦਾ ਨਹੀਂ। ਖੁੱਲੇ ਜਗ੍ਹਾ ਦੀ ਗੱਲ ਹੋਰ ਹੋ ਸਕਦੀ ਹੈ, ਪਰ ਜਿਹੜੇ ਸ਼ਹਿਰ ਨੇ, ਸੰਘਣੀਆਂ ਆਬਾਦੀਆਂ ਨੇ, ਉੱਥੇ ਅਲੱਗ ਉਹਨਾਂ ਨੇ ਬਿਲਕੁਲ ਇਸ ਗੱਲ ਨੂੰ ਉਹ ਤੇ ਗੌਰ ਨਹੀਂ ਕਰਨਾ ਵੀ ਜਿਹੜੇ ਹਾਲਾਤ ਪਿੰਡਾਂ 'ਚ ਨੇ ਜਾਂ ਖੁੱਲੀ ਜਗ੍ਹਾ 'ਚ ਨੇ। ਤੁਸੀਂ ਸ਼ਹਿਰ ਦੇ ਤਰੀਕੇ ਨਾਲ ਅਲੱਗ ਸੋਚ ਰੱਖਣੀ ਆ ਆਪਣੀ। ਉਹ ਡਾਈਟ ਦਾ ਵੀ ਫਰਕ ਆ, ਉੱਥੇ ਵਾਤਾਵਰਨ ਦਾ ਵੀ ਫਰਕ ਆ। ਆਪਣੇ ਇੱਥੇ ਸ਼ਹਿਰ ਦੇ ਵਿੱਚ ਪੋਲਿਊਸ਼ਨ, ਹੋਰ ਚੀਜ਼ਾਂ ਬਹੁਤ ਐਸੀਆਂ ਜਿਹੜੀਆਂ ਜਿਹਦੇ ਨਾਲ ਆਪਾਂ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਹੱਥ ਜੋੜ ਕੇ ਮੇਰੀ
ਬੇਨਤੀ ਆ ਸਾਰਿਆਂ ਨੂੰ, ਆਪਣੇ ਬੱਚਿਆਂ ਨੂੰ ਖਾਸ ਤੌਰ ਤੇ, ਆਪਣੇ ਮਾਂ-ਬਾਪ ਖਾਤਰ, ਆਪਣੇ ਬਜ਼ੁਰਗਾਂ ਖਾਤਰ ਹੱਥ ਜੋੜ ਕੇ ਬਾਹਰ ਨਾ ਨਿਕਲੋ। ਜੇ ਜ਼ਰੂਰੀ ਨਿਕਲਣਾ ਹੈ ਤਾਂ ਜ਼ਰੂਰ ਮਾਸਕ ਪਾ ਕੇ, ਕਿਉਂਕਿ ਮੈਂ ਹੁਣੀ ਦੇਖ ਕੇ ਆਇਆ 50% 50% ਲੋਕ ਮਾਸਕ ਤੋਂ ਬਗੈਰ ਸੀ। ਜੇ ਸੀ ਕਿਸੇ ਦੇ, ਇਹ ਨਵਾਂ ਕੰਮ ਪਤਾ ਨਹੀਂ ਕਿਹਨੇ ਸਿਖਾਤਾ ਵੀ ਨੱਕ ਤੋਂ ਥੱਲੇ ਮਾਸਕ ਰੱਖਣਾ। ਇਹ ਕਿਹਨੇ ਕਿਹਾ ਵੀ ਨੱਕ ਤੋਂ ਥੱਲੇ? ਇਹ ਕਿਹੜੇ ਡਾਕਟਰ ਦੀ ਸਲਾਹ ਹੈ ਦੱਸੋ? ਉਹਦਾ ਇਦੋਂ ਲਾਓ ਹੀ ਨਾ, ਫਿਰ ਉਹਦਾ ਕੀ ਫਾਇਦਾ ਜਦ ਤੁਹਾਨੂੰ ਕਰੋਨਾ ਤਾਂ ਹੋ ਹੀ ਜਾਣਾ। ਨੱਕ ਤੋਂ ਥੱਲੇ ਰੱਖਦੇ ਅਖਾਈਆਂ ਦੇ ਬਾਵਜੂਦ। ਇਹ ਰੱਬ ਦੀ, ਇਹ ਜਿਹੜੀ ਮੈਂ ਸਮਝਦਾ ਕੋਈ ਸਾਤੋਂ ਗਲਤੀ ਕੁਤਾਹੀ ਹੋਈ ਹੈ, ਜਿਹੜੀ ਇਹੋ ਜਿਹੀ ਕਰੋਪੀ ਆਈ ਆ, ਜਿੱਥੇ ਆਪਾਂ ਪ੍ਰਮਾਤਮਾ ਦੇ ਮੂਹਰੇ ਇਹ ਅਰਦਾਸਾਂ ਬੇਨਤੀਆਂ ਕਰਨੀਆਂ ਵੀ ਇਹ ਸਾਨੂੰ ਪ੍ਰਮਾਤਮਾ ਇਹਨੂੰ ਬਿਮਾਰੀ ਨੂੰ ਦੂਰ ਕਰੇ। ਪਰ ਆਪਣੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਮੈਂ ਕੋਈ ਬਾਹਲਾ ਸਿਆਣਾ ਨਹੀਂ, ਮੈਂ ਪਰ ਬੇਨਤੀ ਐਜ਼ ਏ ਤੁਹਾਡਾ ਨੁਮਾਇੰਦਾ ਇੱਕ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਜਾਨ ਤੋਂ ਉੱਤੇ ਕੁਛ ਨਹੀਂ, ਜੇ ਜਾਨ ਆ ਤਾਂ ਜਹਾਨ ਆ, ਬਾਅਦ 'ਚ ਕੁਛ ਨਹੀਂ ਬਣਦਾ। ਇਸ ਕਰਕੇ ਹੱਥ ਜੋੜ ਕੇ ਸਮਝੋ।